राज लीला तेरे नाम बनाई, जोग बनया तेरा कीर्तन गाई। मैं निमी सिंह प्रोग्राम पलो पलो रे कीर्तनिया दे विच आप सब जी दा निੱਘਾ स्वागत करदी हाँ। आओ मिल के फतेह दी सांझ बुलाने आ। वाहिगुरू जी का खालसा, वाहिगुरू जी की फतेह। इस प्रोग्राम ਦੇ ਸੈਮੀਫਾਈਨਲ ਰਾਉਂਡਸ ਚੱਲਦੇ ਪਏ ਨੇ। ਅੱਜ ਹੋਏਗਾ ਤੀਸਰੇ ਸੈਮੀਫਾਈਨਲਸ ਦਾ ਮੁਕਾਬਲਾ। ਇਸ ਤੋਂ ਪਹਿਲਾਂ ਵੀ ਤੁਸੀਂ ਮੁਕਾਬਲਾ ਵੇਖ ਚੁੱਕੇ ਹੋ। 2 ਰਿਜ਼ਲਟ ਐਪੀਸੋਡਸ ਦੇ ਵਿੱਚ ਸਾਡੇ ਕੁਝ ਕੰਟੈਸਟੈਂਟਸ ਬਾਹਰ ਹੋਏ ਨੇ ਇਸ ਮੁਕਾਬਲੇ ਤੋਂ। ਹੌਲੀ ਹੌਲੀ ਇਹ ਮੁਕਾਬਲਾ ਅੱਗੇ ਵੱਧਦਾ ਜਾਏਗਾ, ਆਪਣੇ ਫਾਈਨਲ ਸਟੇਜ ਤੇ ਆ ਪਹੁੰਚੇਗਾ। ਅੱਜ ਇੱਕ ਹੋਰ ਸੈਮੀਫਾਈਨਲ ਰਾਉਂਡ ਦੀ ਤਿਆਰੀ ਹੈ। ਸਾਡੇ ਸਾਰੇ ਕੰਟੈਸਟੈਂਟਸ ਬਿਲਕੁਲ ਤਿਆਰ ਨੇ, ਸਾਡੇ ਮਾਨਯੋਗ ਜੱਜਸ ਵੀ ਸਾਡੇ ਨਾਲ ਨੇ, ਸਾਜ਼ਾਂ ਤੇ ਬੈਠੇ ਸਾਡੇ ਸਿੰਘ ਵੀਰ ਤੇ ਸਾਡੀਆਂ ਭੈਣਾਂ ਵੀ ਸਾਡੇ ਨਾਲ ਨੇ। ਤੇ ਆਓ ਇਸ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਮੁਲਾਕਾਤ ਕਰਵਾਉਣਾ ਚਾਹਾਂਗੀ ਸਾਡੇ ਮਾਨਯੋਗ ਜੱਜਸ ਦੇ ਨਾਲ। ਸਭ ਤੋਂ ਪਹਿਲਾਂ ਬੈਠੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਦੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ, ਤੇ ਇਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਸਾਡੇ ਸਿੱਖ ਪੰਥ ਵਿੱਚ ਗੁਰਮਤ ਦੇ ਮਹਾਨ ਵਿਆਖਿਆਕਾਰ ਸਰਦਾਰ ਭਗਵਾਨ ਸਿੰਘ ਜੋਹਰ ਜੀ। ਅੱਜ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ। ਇਹ ਸਾਡਾ ਸਾਥ ਦੇਣਗੇ, ਸਾਡੇ ਜੱਜਿਸ ਦਾ ਸਾਥ ਦੇਣਗੇ। ਗੁਰਮਤ ਦੀ ਸ਼ੁੱਧਤਾ ਇਹਨਾਂ ਕੰਟੈਸਟੈਂਟ ਵਿੱਚ ਕਿੰਨੀ ਹੈ ਉਸ ਗੱਲ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਇਹ ਤਿੰਨੋਂ ਮਾਨਯੋਗ ਜੱਜਿਸ ਇੱਥੇ ਬੈਠ ਕੇ ਸਾਡੇ ਇਹਨਾਂ ਨੌਜਵਾਨ ਕੀਰਤਨੀਆਂ ਦੀ ਪਰਖ ਕਰਨਗੇ। ਅਤੇ ਅੱਜ ਇੱਕ ਵਾਰੀ ਫਿਰ ਮੁਕਾਬਲਾ ਹੋਏਗਾ ਸਾਡੀ ਭੈਣਾਂ ਵਿਚਕਾਰ। 7 ਬੀਬੀਆਂ ਨੇ ਸੈਮੀਫਾਈਨਲਿਸਟ ਹਾਲੇ ਸਾਡੇ ਕੋਲ, ਇਹਨਾਂ ਦੇ ਵਿੱਚ ਮੁਕਾਬਲਾ ਹੋਏਗਾ। ਅਤੇ ਆਓ ਫਿਰ ਹੋਰ ਜ਼ਿਆਦਾ ਦੇਰ ਨਹੀਂ ਕਰਦੇ, ਮੁਕਾਬਲੇ ਦੀ ਸ਼ੁਰੂਆਤ ਕਰਦੇ ਹਾਂ। ਬੁਲਾਉਣਾ ਚਾਹਾਂਗੇ ਸਾਡੀ ਅੱਜ ਦੀ ਪਹਿਲੀ ਕੰਟੈਸਟੈਂਟ ਹਰਬੀਰ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸਾਰੇ ਦੋਵੇਂ ਜੱਜਿਸ ਦੇ ਨਾਲ ਤੇ ਤੁਹਾਡਾ ਪਹਿਲੇ ਨਾਲੋਂ ਤਾਰੁਕ ਹੈ। ਉਹਨਾਂ ਦੇ ਨਾਲ ਬੈਠੇ ਨੇ ਪੰਥ ਦੇ ਮਹਾਨ ਵਿਆਖਿਆਕਾਰ ਸਰਦਾਰ ਭਗਵੰਤ ਸਿੰਘ ਜੀ। ਬਹੁਤ ਜ਼ਿਆਦਾ ਖਿਆਲ ਰੱਖਿਆ ਜਾਣਾ ਜਿੱਦਾਂ ਜਿੱਦਾਂ ਮੁਕਾਬਲਾ ਅੱਗੇ ਵੱਧਦਾ ਜਾਏਗਾ। ਬੜੀ ਬਰੀਕੀ ਦੇ ਨਾਲ ਆਪ ਸਭ ਜੀ ਦੀ ਇੱਥੇ ਪਰਖ ਹੋਣੀ ਹੈ। ਗਾਇਨ ਸ਼ਮਤਾ ਦੇ ਨਾਲ ਨਾਲ ਗੁਰਮਤ ਦੀ ਵੀ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਹਾਂਜੀ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੀ ਉਮੀਦਾਂ 'ਤੇ ਖਰੇ ਉਤਰੋਗੇ। ਅਤੇ ਅੱਜ ਦੇ ਸੈਮੀਫਾਈਨਲ ਰਾਊਂਡ ਦੇ ਵਿੱਚ ਤੁਸੀਂ ਕੀ ਸੁਣਾਓਗੇ ਸਾਨੂੰ? ਅੱਜ ਮੈਂ ਰਾਗ ਗਾਇਨ ਕਰਾਂਗੀ। ਰਾਗ ਗਾਇਨ? ਹਾਂਜੀ, ਰਾਗ ਬਸੰਤ। ਕਿਹੜੇ ਸ਼ਬਦ ਦਾ ਗਾਇਨ? ਮਹਾ ਮਹਾ ਮੁਬਾਰਕੀ, ਚੜਿਆ ਸਦਾ ਬਸੰਤ। ਬਹੁਤ ਖੂਬ ਜੀ, ਚੜਿਆ ਸਦਾ ਬਸੰਤ। ਆਲ ਦ ਬੈਸਟ ਟੂ ਯੂ। ਥੈਂਕ ਯੂ।
सदा बसंत चढ़िया सदा बसंत महा महा मुमार की महा महा मुमार की महा महा मुमार की ਹਰਵੀਰ ਕੌਰ ਜੀ, ਤੁਸਾਂ ਬੜਾ ਆਨੰਦ ਬਣਾਇਆ, ਸੋਹਣਾ ਰਸ ਬਣਿਆ। ਇਹ ਬਾਣੀ ਕਿਹਨਾਂ ਦੀ ਉਚਾਰਨ ਕੀਤੀ ਹੋਈ ਹੈ? ਜੀ ਗੁਰੂ ਗੋਬਿੰਦ ਸਿੰਘ ਜੀ ਦੀ। ਗੁਰੂ ਗੋਬਿੰਦ ਸਿੰਘ ਜੀ ਦੀ। ਚਲੋ ਕੋਈ ਗੱਲ ਨਹੀਂ। ਤੁਹਾਡੇ ਲਈ ਜਿਹੜਾ ਸਵਾਲ ਹੈ, ਆਸਾ ਦੀ ਵਾਰ ਵਿੱਚ ਕੁੱਲ 24 ਛੰਤ ਹਨ। ਹਾਂਜੀ। ਇਹਨਾਂ ਵਿੱਚੋਂ ਕਿਹੜੇ ਸ਼ਲੋਕ ਵਿੱਚ ਰਹਾਉ ਦੀ ਪੰਕਤੀ ਆਉਂਦੀ ਹੈ? ਕਿਹੜੇ ਛੰਤ ਦੇ ਸ਼ਲੋਕ ਵਿੱਚ ਰਹਾਉ ਦੀ ਪੰਕਤੀ ਆਉਂਦੀ ਹੈ ਤੇ ਉਹ ਕਿੰਨਵਾਂ ਹੈ ਤੇ ਕਿਹੜਾ ਹੈ? ਹਾਂਜੀ, ਆਸਾ ਜੀ ਦੀ ਵਾਰ ਵਿੱਚ ਕੁੱਲ 24 ਛੰਤ ਨੇ। ਉਹਨਾਂ 'ਚੋਂ 12ਵਾਂ ਛੰਤ ਜਿਉ ਭਾਵੈ ਤਿਉ ਰਾਖ ਲੈ। ਇਹਦਾ ਸ਼ਲੋਕ ਹੈਗਾ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹੋ ਕਰੇ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ ਹੈ ਰਹਾਓ। ਠੀਕ ਹੈ ਜੀ। ਹਾਂਜੀ। ਭਾਈ ਨਿਰਮਲ ਸਿੰਘ ਜੀ, ਸੁਰ ਤਾਲ ਬਾਰੇ ਤੁਸੀਂ ਕੀ ਆਖੋਗੇ? ਕਾਫੀ ਅੱਛਾ ਸਰੂਪ ਤੁਸੀਂ ਬਣਾਇਆ ਰਾਗ ਦਾ। ਕੰਪੋਜੀਸ਼ਨ ਭਾਵੇਂ 3 ਤਾਲ ਵਿੱਚ ਹੀ ਸੀ ਪਰ ਪ੍ਰਭਾਵਸ਼ਾਲੀ ਸੀ। ਤਾਨਾ ਲਾਉਣ ਦਾ ਵੀ ਤੁਸੀਂ ਯਤਨ ਕੀਤਾ ਪਰ ਪਹਿਲੀ ਤਾਨ 'ਚ ਥੋੜ੍ਹਾ ਫਿੱਕਾਪਨ ਲੱਗਾ। ਠੀਕ ਹੈ ਨਾ? ਸੋ ਇਸ ਨੂੰ ਸੁਧਾਰੋ। ਬਹੁਤ ਅੱਛੇ ਤਰੀਕੇ ਨਾਲ ਤੁਸੀਂ ਜਿਹੜੀ ਸਾਡੀ ਮਾਣਮੱਤੀ ਸਿੱਖ ਪੰਥ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੈਲੀ ਹੈ, ਗੁਰਮਤਿ ਸ਼ੈਲੀ, ਉਹਦੇ ਲਈ ਬਹੁਤ ਢੁਕਵਾਂ ਹੈ ਔਰ ਉਹਦੇ ਨਾਲ ਹੀ ਇਹ ਮੇਲ ਖਾਂਦਾ ਹੈ। ਪਰ ਥੋੜ੍ਹਾ ਇਹ ਕੰਪੀਟੀਸ਼ਨ ਹੈ, ਇਹਦੇ ਵਿੱਚ ਹਰ ਗੱਲ ਨੂੰ ਵਿਚਾਰਿਆ ਜਾਂਦਾ ਹੈ। ਅੱਜ ਸਾਡੇ ਵਿੱਚ ਪ੍ਰਸਿੱਧ ਵਿਆਖਿਆਕਾਰ ਭਾਈ ਭਗਵਾਨ ਸਿੰਘ ਜੀ ਜੌਲ ਬੈਠੇ ਨੇ। ਜੌਲ ਸਾਹਿਬ, ਮੈਂ ਪੁੱਛਾਂਗਾ, ਹਰਵੀਰ ਕੌਰ ਨੇ ਜਿਹੜਾ ਸ਼ਬਦ ਗਾਇਨ ਕੀਤਾ, ਤੁਸੀਂ ਇਹ ਵੀ ਦੱਸਣਾ ਹੈ ਉਹ ਕਿਹੜੇ ਪਾਤਸ਼ਾਹ ਦਾ ਉਚਾਰਨ ਕੀਤਾ ਹੈ ਤੇ ਆਪਣੇ ਵਿਚਾਰ ਦੱਸੋ ਬਾਣੀ ਸ਼ੁੱਧ ਉਚਾਰਨ ਬਾਰੇ। ਸ਼ਬਦ ਗੁਰੂ ਨਾਨਕ ਦੇਵ ਜੀ ਦਾ ਗਾਇਨ ਕੀਤਾ ਹੋਇਆ ਹੈ ਰਾਗ ਬਸੰਤ ਵਿੱਚ। ਔਰ ਇਸ ਸ਼ਬਦ ਦੀ ਇੱਕ ਖਾਸੀਅਤ ਹੈ, ਲੋਹੜੀ ਵੇਲੇ ਵਾਲੇ ਦਿਨ ਰਾਤ ਸਮੇਂ ਜਦੋਂ ਬਸੰਤ ਰਾਗ ਸ਼ੁਰੂ ਹੁੰਦਾ ਦਰਬਾਰ ਸਾਹਿਬ ਵਿੱਚ, ਰਾਤ ਸਮੇਂ ਸ਼ੁਰੂ ਕੀਤਾ ਜਾਂਦਾ ਠੀਕ 9 ਵਜੇ ਅਰਦਾਸ ਕਰਕੇ। ਔਰ ਇਸੇ ਸ਼ਬਦ ਨਾਲ ਹੀ ਸਮਾਪਤੀ ਹੁੰਦੀ ਹੈ ਹੋਲੇ ਮਹੱਲੇ ਵਾਲੇ ਦਿਨ। ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਲਗਾਤਾਰ ਬਸੰਤ ਰਾਗ ਗਾਇਨ ਕੀਤਾ ਜਾਂਦਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ। ਤੁਸੀਂ ਗਾਇਨ ਕਰਨ ਸਮੇਂ ਖਾਸ ਖਿਆਲ ਰੱਖਣਾ ਹੈ ਹਾਹੇ ਦਾ ਉਚਾਰਨ, ਹਾਹੇ ਅੱਖਰ ਦਾ ਉਚਾਰਨ, ਮਾਹਾ ਮਾਹ। ਹਾਂਜੀ, ਮੈਂ ਵੈਸੇ ਯਤਨ ਕਰਨਾ ਹੈ। ਇੱਕ ਹੋਰ ਹਉਮੈ ਮਾਰ ਵਿਚਾਰ, ਵਿਚਾਰ ਨਹੀਂ। ਠੀਕ ਹੈ ਜੀ। ਵਿਹਾਰੀ ਦਾ ਉਚਾਰਨ ਵੇਖਣਾ, ਸਿਹਾਰੀ ਦਾ ਉਚਾਰਨ ਵੇਖਣਾ, ਕਿਉਂਕਿ ਰਾਗ ਵਿੱਚ ਜਦੋਂ ਸਰੂਪ ਬਣਾਉਣਾ ਹੈ ਰਾਗ ਦਾ, ਉੱਥੇ ਉਚਾਰਨ ਦਾ ਖਿਆਲ ਰੱਖਣਾ ਹੈ। ਬਹੁਤ ਬਹੁਤ ਅੱਛਾ ਸੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत ही बेहतरीन शुरुआत हो गई है आज ਦੇ ਸੈਮੀਫਾਈਨਲ ਐਪੀਸੋਡ ਦੀ। ਰਾਗ ਬਸੰਤ ਦਾ ਅਸੀਂ ਆਨੰਦ ਮਾਣਿਆ, ਜਿਸ ਨੂੰ ਗਾਇਨ ਕਰਕੇ ਗਏ ਨੇ ਇੱਥੋਂ ਦੀ ਹਰਬੀਰ ਕੌਰ ਜੀ। ਹਰਬੀਰ ਕੌਰ ਜੀ ਤੋਂ ਬਾਅਦ ਇਸ ਸਫ਼ਰ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਣ ਲਈ ਇੱਥੇ ਆ ਰਹੀ ਹੈ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ, ਜੋ ਕਿ ਨੇ ਛੱਤੀਸਗੜ੍ਹ ਤੋਂ। ਮੈਂ ਬੁਲਾਉਣਾ ਚਾਹਾਂਗੀ ਪ੍ਰਭਜੋਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ ਜੀ, ਜਦ ਤੋਂ ਇਹ ਕੰਪੀਟੀਸ਼ਨ ਸ਼ੁਰੂ ਹੋਇਆ ਹੈ, ਤੁਹਾਡਾ ਪਰਫਾਰਮੈਂਸ ਤੁਹਾਡੀ ਕਾਫੀ ਕੰਸਿਸਟੈਂਟ ਜਾਂਦੀ ਰਹੀ ਹੈ ਤੇ ਉਹੀ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਪਰਫਾਰਮੈਂਸ ਨੂੰ ਉਸੇ ਤਰ੍ਹਾਂ ਬਰਕਰਾਰ ਰੱਖ ਕੇ ਬਿਲਕੁਲ ਅੱਗੇ ਵਧਦੇ ਜਾਓਗੇ। ਅੱਜ ਕੀ ਤਿਆਰੀ ਹੈ? ਅੱਜ ਮੈਂ ਪੰਜਵੀਂ ਪਾਤਸ਼ਾਹੀ ਜੀ ਦਾ ਸ਼ਬਦ, ਤੁਮਰੀ ਓਟ ਤੁਮਾਰੀ ਆਸਾ। ਤੁਮਰੀ ਔਰ ਤੁਮਹਾਰੀ ਆਸਾ। ਇਹ ਕੀ ਰੀਤ ਹੈ? ਰੀਤ ਕਿਹਨਾਂ ਦੀ ਤਿਆਰ ਕੀਤੀ ਹੈ? ਇਹ ਮੇਰੇ ਗੁਰੂ ਜੀ ਦੀ ਕੰਪੋਜੀਸ਼ਨ ਹੈ। ਅਸ਼ਵਨੀ, ਹਾਂਜੀ, ਮੇਰੇ ਗੁਰੂ ਜੀ ਦੀ। ਕਿਹਨਾਂ ਕੋਲੋਂ ਸਿੱਖਦੇ ਹੋ ਤੁਸੀਂ? ਜੀ ਮੈਂ ਅਸ਼ਵਨੀ ਵਰਮਾ ਜੀ ਨੇ
मेरे गुरु जी हैं। ਉਹਨਾਂ ਦੀ हाँ ਕੰਪੋਜੀਸ਼ਨ जी, ਹੈ हाँ जी। ਆਲ ਦ ਬੈਸਟ ਟੂ ਯੂ ਜੀ थैंक यू मैम। तुम मेरी ओट तुम्हारी आसा, तुम मेरी ओट तुम्हारी आसा, तुम मेरी ओट तुम्हारी आसा, बैठत उठत सोवत जागत, बैठत उठत सोवत जागत, बिसर नहीं तू सांस गिरासा, बिसर नहीं तू सांस गिरासा, तुम मेरी ओट तुम्हारी आसा, तुम मेरी ओट तुम्हारी आसा। तुझ बिन आवर नाही मैं दूजा, तुझ बिन आवर नाही मैं दूजा, तू मेरे मन माही, तू मेरे मन माही। तू साजन संगी प्रभ मेरा, तू साजन संगी प्रभ मेरा, कोई जे डराहे, कोई जे डराहे, तुम मेरी ओट तुम्हारी आसा, तुम मेरी ओट तुम्हारी आसा, बैठत उठत सोवत जागत, बैठत उठत सोवत जागत, बिसर नहीं तू सांस गिरासा, बिसर नहीं तू सांस गिरासा, तुम मेरी ओट तुम्हारी आसा, तुम मेरी ओट तुम्हारी आसा, तुम मेरी ओट तुम्हारी आसा। ਪ੍ਰਭਜੋਤ ਕੌਰ ਜੀ, ਇੰਨਾ ਕੁ ਰਸ ਬਣਿਆ ਜੀ ਨਹੀਂ ਸੀ ਕਰਦਾ ਤੁਸੀਂ ਸਮਾਪਤੀ ਕਰੋ। ਅਸੀਂ ਭਾਈ ਨਿਰਮਲ ਸਿੰਘ ਜੀ ਅਸੀਂ ਵਿਚਾਰ ਕਰ ਰਹੇ ਸੀ ਵੀ ਤੁਹਾਡੀ ਆਵਾਜ਼ ਵਿੱਚ ਏਡੀ ਸਮਰੱਥਾ ਹੈ ਕਿ ਸਰੋਤਿਆਂ ਨੂੰ ਕੀਲ ਸਕਦੀ ਹੈ ਤੁਹਾਡੀ ਆਵਾਜ਼। ਸਤਿਗੁਰਾਂ ਦੀ ਕਿਰਪਾ ਹੈ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰੂ ਗ੍ਰੰਥ ਸਾਹਿਬ ਵਿੱਚ
ਕਿੰਨੀਆਂ ਵਾਰਾਂ ਨੇ ਤੇ ਕੁਝ ਵਾਰਾਂ ਦੇ ਨਾਮ ਵੀ ਤੁਸੀਂ ਦੱਸੋ। हाँ जी 22 वारा ने जिद्दां कि सोरठ की वार, आसा की वार, जैतश्री की वार। ਤੁਹਾਡਾ ਧੰਨਵਾਦ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੁਝ ਆਖੋਗੇ। ਪ੍ਰਭਜੋਤ ਕੌਰ ਜੀ, ਤੁਸਾਂ ਨੇ ਡਾਢੀ ਸ਼ੀਰੀ, ਰਿਆਜ਼ੀ ਅਤੇ ਸੁਰੀਲੀ ਆਵਾਜ਼ ਨਾਲ ਉਸ ਦੀ ਕੀਰਤੀ ਕੀਤੀ ਹੈ। ਔਰ ਕਈ ਵਾਰ ਕੀਰਤਨੀ ਇਤਨਾ ਸੁੰਦਰ ਗਾਉਂਦਾ ਹੈ ਕਿ ਸਰੋਤੇ ਦੀ ਰੂਹ ਤੱਕ ਉਤਰ ਜਾਂਦਾ ਹੈ। ਸੋ ਐਸਾ ਹੀ ਕੁਝ ਦੇਖਣ ਨੂੰ ਮਿਲਿਆ। ਅੱਜ ਕਿਧਰੇ ਵੀ ਮੈਨੂੰ ਕੋਈ ਫਿੱਕਾਪਨ ਜਾਂ ਬੇਸੁਰਾਪਨ ਨਹੀਂ ਦਿਸਿਆ। ਔਰ ਤੁਸੀਂ ਜੁਗ ਜੁਗ ਜੀਓ, ਗੁਰੂ ਤੁਹਾਨੂੰ ਸੁਖ ਬਖਸ਼ੇ। ਜੌਹਲ ਸਾਹਿਬ। ਬਹੁਤ ਅੱਛਾ ਗਾਇਨ ਸੀ ਤੁਹਾਡਾ। ਉਚਾਰਨ ਵਿੱਚ ਮੈਂ ਫਿਰ ਬੇਨਤੀ ਕਰਾਂਗਾ, ਹਾਹੇ ਦਾ ਉਚਾਰਨ ਜਿਹੜਾ ਉਹ ਠੀਕ ਕਰੋ। ਸ਼ਬਦ ਦੀ ਦੂਸਰੀ ਪੰਕਤੀ ਵਿੱਚ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ, अच्छा हाँ जी ਉਚਾਰਨ ਵਿੱਚ ਥੋੜਾ ਖਿਆਲ ਰੱਖਣਾ। जी ਬਾਕੀ ਬਹੁਤ ਖੂਬ, ਗੁਰੂ ਕਿਰਪਾ ਕਰਨਗੇ। धन्यवाद ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੀਆਂ ਬਿਹਤਰੀਨ ਪਰਫਾਰਮੈਂਸਸ ਇਸ ਪ੍ਰੋਗਰਾਮ ਨੂੰ ਬਹੁਤ ਯਾਦਗਾਰ ਬਣਾਉਂਦੀਆਂ ਜਾ ਰਹੀਆਂ ਨੇ ਤੇ ਤੁਸੀਂ ਇਸ ਪ੍ਰੋਗਰਾਮ ਦਾ ਇੱਕ ਵੀ ਲਮਹਾ ਮਿਸ ਨਾ ਕਰਨਾ। ਦਰਸ਼ਕੋ, ਹੁਣ ਵਾਰੀ ਆਉਂਦੀ ਹੈ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਦੀ, ਜੋ ਇੱਥੇ ਆਏ ਨੇ ਪਾਨੀਪਤ ਤੋਂ। ਮੈਂ ਸੱਦਾ ਦੇਣਾ ਚਾਹਾਂਗੀ ਕੁਲਜੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ? ਮੈਂ ਭਗਤ ਨਾਮਦੇਵ ਜੀ ਦਾ ਮੈਂ ਬੌਰੀ ਮੇਰਾ ਰਾਮ ਪਤਾਰ ਸ਼ਬਦ ਦੀ ਤਿਆਰੀ ਕੀਤੀ ਹੈ। ਬਹੁਤ ਖੂਬ ਜੀ, ਆਲ ਦ ਬੈਸਟ ਟੂ ਯੂ। ਥੈਂਕ ਯੂ। मैं
ਨਾਮਦੇਵ ਜੀ ਦੇ ਕਿੱਡੇ ਪਿਆਰੇ ਬੋਲ। ਮੈਂ ਕਮਲੀ ਹਾਂ ਤੇ ਮੇਰੇ RAM ਪ੍ਰਭੂ ਸਿਆਣੇ ਨੇ, ਉਹਦੇ ਪਿਆਰ ਵਿੱਚ ਆਪਣੀ ਆਤਮਾ ਦਾ ਸ਼ਿੰਗਾਰ ਕਰਦੀ ਹਾਂ। ਬੜੇ ਪਿਆਰੇ ਬੋਲ ਕੁਲਜੀਤ ਕੌਰ ਜੀ, ਤੁਸੀਂ ਓਨੇ ਹੀ ਪਿਆਰ ਨਾਲ ਸੁਣਾਏ, ਬੜਾ ਰਸ ਬਣਾਇਆ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਹ ਕਿਹੜਾ ਰਾਗ ਹੈ ਜਿਸ ਵਿੱਚ ਇੱਕ ਹੀ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਭ ਤੋਂ ਆਖਰੀ ਵਿੱਚ ਰਾਗ ਜੈਜਾਵੰਤੀ, ਜੋ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਉਚਾਰਿਆ ਹੈ, ਹੋਰ ਕਿਸੇ ਗੁਰੂ ਸਾਹਿਬਾਨ ਨੇ ਨਹੀਂ ਉਚਾਰਿਆ। ਹਾਂ, ਤੁਸੀਂ ਠੀਕ ਜਵਾਬ ਦਿੱਤਾ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਸ੍ਰੀ ਰਾਗ ਹੈ ਤੇ ਆਖਰੀ ਰਾਗ ਹੈ ਉਹ ਜੈਜੈਵੰਤੀ, ਤੇ ਗੁਰੂ ਤੇਗ ਬਹਾਦਰ ਜੀ ਨੇ ਹੀ ਉਹਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਤੁਹਾਡਾ ਧੰਨਵਾਦ। ਭਾਈ ਨਿਰਮਲ ਸਿੰਘ ਜੀ। ਕੁਲਜੀਤ ਕੌਰ ਜੀ, ਤੁਸੀਂ ਅੱਜ ਥੋੜੇ ਘਬਰਾਏ ਸੀ। ਸ਼ੁਰੂਆਤ ਅੱਛੀ ਸੀ ਲੇਕਿਨ ਅੰਤਰ ਵਿੱਚ ਥੋੜੀ ਸੁਰ ਹਿੱਲੀ ਸੀ, ਤੁਹਾਨੂੰ ਸ਼ਾਇਦ ਪਤਾ ਇਸ ਬਾਰੇ। ਘਬਰਾਉਣ ਦੀ ਲੋੜ ਨਹੀਂ, ਅੱਗੇ ਅੱਗੇ ਫਾਈਨਲ ਮੁਕਾਬਲੇ ਵਿੱਚ ਕਾਫੀ ਮਿਹਨਤ ਦੀ ਲੋੜ ਹੈ। ਘਬਰਾਓਗੇ ਤੇ ਫਿਰ ਅੱਗੇ ਜਾਣਾ ਮੁਸ਼ਕਲ ਹੋ ਜਾਏਗਾ, ਲੇਕਿਨ ਐਸੀ ਕੋਈ ਡਰਨ ਦੀ ਗੱਲ ਨਹੀਂ, ਮਿਹਨਤ ਕਰੋ। ਭਗਵਾਨ ਸਿੰਘ ਜੀ ਜੌਲ। ਬਹੁਤ ਖੂਬ ਸੀ। ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਜਦੋਂ ਤੁਸੀਂ ਹਾਹੇ ਦਾ ਉਚਾਰਨ ਨਹੀਂ ਕਰਨਾ, ਇਹਦੇ ਵਿੱਚ ਊੜੇ ਦਾ ਔਂਕੜ ਹੈ। ਰਚੋ ਕਰੋ ਕਰੋ ਕਰੋ, ਊੜੇ ਨੂੰ ਔਂਕੜ ਹੈ। ਜਦੋਂ ਇਸ ਦਾ ਬੋਲਣਾ ਫਿਰ ਨਿੰਦੋ, ਨਿੰਦੋ ਨਹੀਂ ਹੈ, ਤੁਸੀਂ ਨਿੰਦੋ ਕਹਿ ਰਹੇ ਹੋ, ਊੜੇ ਨੂੰ ਔਂਕੜ ਹੈ ਨਿੰਦੋ। ਉਚਾਰਨ ਵੇਲੇ ਥੋੜਾ ਖਿਆਲ ਰੱਖਣਾ, ਨਿੰਦੋ ਤੇ ਕਰੋ। ਧੰਨਵਾਦ ਜੀ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੇ ਕਿ ਕੁਲਜੀਤ ਕੌਰ ਜੀ ਜੋ ਇੱਥੇ ਆਏ ਨੇ ਪਾਨੀਪਤ ਤੋਂ। ਸਾਡੇ ਸੈਮੀਫਾਈਨਲ ਰਾਊਂਡਸ ਦਾ ਤੁਸੀਂ ਆਨੰਦ ਮਾਣਦੇ ਪਏ ਹੋ। ਸਾਡੀ ਅੱਜ ਦੀ 3 ਕੰਟੈਸਟੈਂਟਸ ਇੱਥੇ ਪਰਫਾਰਮ ਕਰਕੇ ਜਾ ਚੁੱਕੀਆਂ ਨੇ। ਹਾਲੇ ਸਾਡੀ 4 ਕੰਟੈਸਟੈਂਟਸ ਬਾਕੀ ਨੇ ਜਿਨ੍ਹਾਂ ਵਿੱਚ ਮੁਕਾਬਲਾ ਹੋਏਗਾ, ਲੇਕਿਨ ਇਹਦੇ ਲਈ ਕਰਨਾ ਪਵੇਗਾ ਥੋੜਾ ਜਿਹਾ ਇੰਤਜ਼ਾਰ। ਸਮਾਂ ਹੈਗਾ ਇੱਕ ਨਿੱਕੇ ਜਿਹੇ ਬ੍ਰੇਕ ਦਾ। ਤੁਸੀਂ ਕਿਤੇ ਨਾ ਜਾਣਾ, ਵੇਖਦੇ ਰਹੋ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਆਪ ਸਭ ਜੀ ਦੇ ਸਾਹਮਣੇ ਲੈ ਕੇ ਆਏ ਹਾਂ ਤੁਹਾਡੇ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ, ਉਹ ਪ੍ਰੋਗਰਾਮ ਜਿਸ ਨੂੰ ਤੁਸੀਂ ਢੇਰ ਸਾਰਾ ਪਿਆਰ ਦੇ ਰਹੇ ਹੋ, ਉਹ ਪ੍ਰੋਗਰਾਮ ਜੋ ਪੰਜਾਬੀ ਟੈਲੀਵਿਜ਼ਨ ਇਤਿਹਾਸ ਦਾ ਇੱਕ ਨਵੇਕਲਾ ਉਪਰਾਲਾ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤਲਾਸ਼ਦੇ ਪਏ ਹਾਂ ਨੌਜਵਾਨ ਕੀਰਤਨ ਰਤਨ ਦੀ। ਜੀ ਹਾਂ, ਉਸ ਕੀਰਤਨੀਏ ਦੀ ਸਾਨੂੰ ਤਲਾਸ਼ ਹੈ ਜੋ ਤੁਹਾਡੇ ਸਾਰਿਆਂ ਦਾ ਮਨ ਮੋਹ ਲਵੇ, ਨਾਲੇ ਸਾਰੇ ਜੱਜਸ ਦਾ ਵੀ ਮਨ ਮੋਹ ਲੈਣ। ਤੇ ਇਸ ਕੰਪੀਟੀਸ਼ਨ ਦੇ ਵਿੱਚ ਹੁਣ ਮੈਂ ਬੁਲਾਉਣਾ ਚਾਹਾਂਗੀ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਜਸਲੀਨ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਚਿਹਰੇ ਤੇ ਕੌਨਫੀਡੈਂਸ ਔਰ ਮੁਸਕਾਨ ਸਾਨੂੰ ਬੜੀ ਪਿਆਰੀ ਲੱਗਦੀ ਹੈ। थैंक यू। ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ? मैं भगत नामदेव जी का शब्द, मैं अंधुले की टेक तेरा नाम खुंदकारा। क्या बात है, बहुत खूब। ऑल द बेस्ट टू यू। थैंक यू। तेरा नाम खुंदकारा, मैं अंधुले की टेक तेरा नाम खुंदकारा। मैं गरीब मैं मस्कीन तेरा नाम है आधारा। मैं अंधुले की टेक तेरा नाम
ਜਸਲੀਨ ਕੌਰ ਜੀ, ਬਹੁਤ ਸਤਿਗੁਰਾਂ ਦੀ ਕਿਰਪਾ ਹੈ, ਬਹੁਤ ਰਸ ਹੈ ਤੁਹਾਡੀ ਰਸਨਾ ਵਿੱਚ। ਜੇ ਕੋਈ ਸੁਰ ਹਿੱਲੀ ਵੀ ਹੈ ਤੇ ਅੱਜ ਪਰ ਗਲਾ ਤੁਸੀਂ ਬਹੁਤ ਖਰਾਬ ਅੱਛੀਆਂ ਸੀ। ਸੁਰਾਂ ਇੰਨੀਆਂ ਲਾਈਆਂ ਕਿ ਉਹ ਟਕੀ ਗਈ ਹੈ। ਮਾਫੀ ਚਾਹੁੰਦੀ ਹਾਂ। ਹਾਂ, ਤੁਸੀਂ ਅੱਛੀਆਂ ਚੰਗੀਆਂ ਪਿਆਰੀਆਂ ਸੁਰਾਂ ਇੰਨੀਆਂ ਲਾਈਆਂ ਨੇ, ਤੇ ਜੇ ਕੋਈ ਸੁਰ ਹਿੱਲੀ ਵੀ ਹੈ ਤੇ ਮੈਂ ਨਿਰਮਲ ਸਿੰਘ ਉਹਨਾਂ ਨੂੰ ਕਹਿ ਰਿਹਾ ਸੀ ਨਜ਼ਰ ਅੰਦਾਜ਼ ਕਰ ਦਿਓ ਵੀ ਇੰਨਾ ਪਿਆਰਾ ਤੁਸੀਂ ਗਾਵੇ। ਤੁਹਾਡੇ ਵਾਸਤੇ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੌੜੀ ਰਾਗ ਦੇ ਕਿੰਨੇ ਪ੍ਰਕਾਰ ਹਨ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਮਿਸ਼ਰਿਤ ਰਾਗਾਂ ਵਿੱਚੋਂ ਗੌੜੀ ਦੇ 11 ਪ੍ਰਕਾਰ ਨੇ। ਜਿਵੇਂ ਗੌੜੀ ਗੁਆਰੇਰੀ, ਜੀ। ਗੌੜੀ ਦੱਖਣੀ, ਗੌੜੀ ਚੇਤੀ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਪੂਰਬੀ ਦੀਪਕੀ, ਗੌੜੀ ਮਾਝ, ਗੌੜੀ ਸੋਰਠ, ਗੌੜੀ ਮਾਲਾ ਆਦਿ। ਸਾਨੂੰ ਕਿੰਨਾ ਗਿਆਨ ਸਾਨੂੰ ਸਾਰਿਆਂ ਨੂੰ ਤੁਹਾਡੇ ਕੋਲ ਮਿਲ ਰਿਹਾ, ਤੁਹਾਡਾ ਧੰਨਵਾਦ ਹੈ। ਭਾਈ ਨਿਰਮਲ ਸਿੰਘ ਜੀ। ਜਸਲੀਨ ਜੀ, ਤੁਸੀਂ ਵਾਕਈ ਬਹੁਤ ਅੱਛਾ ਗਾਇਆ ਹੈ। ਸਵਰ ਤੇ ਰੇਤ ਦੀ ਕੰਧ ਹੈ, ਔਰ ਜਿਵੇਂ ਜੰਗਲ ਵਿੱਚੋਂ ਹਵਾ ਸਰਸਰਾਹਟ ਕਰਕੇ ਨਿਕਲਦੀ ਹੈ ਨਾ, ਇਸ ਤਰ੍ਹਾਂ ਤੇਰੇ ਵਿੱਚ ਉਹ ਵੀ ਗੱਲ ਹੈ, ਤੇ ਇਸ ਤਰੀਕੇ ਨਾਲ ਜਾ ਸਕਦੇ ਆ। ਪਰ ਜਿਵੇਂ ਮੈਨੂੰ ਕਹਿੰਦੇ ਸੀ ਥੋੜ੍ਹਾ ਰਿਆਇਤ ਕਰੋ, ਇਹ ਤੇ ਗੱਲ ਨਹੀਂ ਹੋਣੀ, ਕਿਉਂ ਕਿਸੇ ਦਾ ਹੱਕ ਨਹੀਂ ਮਾਰਨਾ। ਤੁਸੀਂ ਜਦੋਂ ਸ਼ੁਰੂ 'ਚ ਅਲਾਪ ਕੀਤਾ ਬੜਾ ਸੁੰਦਰ ਸੀ, ਇੱਕ ਜਗ੍ਹਾ ਬਿਲਕੁਲ ਹਲਕਾ ਜਿਹਾ ਤੁਹਾਨੂੰ ਪਤਾ ਹੋਏਗਾ ਕਿ ਹਿੱਲੇ ਸੀ। ਉੱਪਰ ਥੋੜੀ ਹਾਂ, ਬਿਲਕੁਲ ਠੀਕ ਹੈ ਨਾ। ਐਕਚੁਅਲੀ ਅੱਜ ਸਵੇਰੇ ਜਦੋਂ ਔਰ ਮੈਂ ਸਮਝ ਰਿਹਾ ਕਿ ਤੇਰਾ ਗਲਾ ਕੁਝ ਥੱਕਿਆ ਹੈ, ਮਨ ਨਹੀਂ ਰਿਹਾ, ਤੂੰ ਉਹਨੂੰ ਕੰਟਰੋਲ ਕਰਕੇ ਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹਾਂਜੀ ਲੇਕਿਨ ਪਾ ਲਾ ਕੇ ਇਹ ਪੂਰੇ ਨੰਬਰਾਂ 'ਚ ਤੁਸੀਂ ਗਾਇਆ। ਜੋਹਲ ਸਾਹਿਬ ਜੀ। ਗਾਇਨ ਬਹੁਤ ਵਧੀਆ ਸੀ, ਔਰ ਨਾਲ ਹੀ ਉਚਾਰਨ ਵਿੱਚ ਵੀ ਤੁਸੀਂ ਕੋਈ ਕਸਰ ਨਹੀਂ ਛੱਡੀ। ਮੈਂ ਬਹੁਤ ਖੁਸ਼ ਹੋਇਆ, ਖਾਸ ਕਰਕੇ ਜਦੋਂ ਤੁਸੀਂ ਅੱਲਾਹ ਸ਼ਬਦ ਦਾ ਉਚਾਰਨ ਕੀਤਾ। ਆਮ ਲੋਕ ਨਹੀਂ ਕਰ ਸਕਦੇ, ਵੱਡੇ ਵੱਡੇ ਗਵਈਏ, ਵੱਡੇ ਵੱਡੇ ਰਾਗੀ ਭੁੱਲ ਜਾਂਦੇ ਨੇ ਇਸ ਸ਼ਬਦ ਦਾ ਉਚਾਰਨ ਕਰਨਾ। ਥੋੜਾ ਸਟ੍ਰੈਸ ਦੇਣਾ ਆਧਾਰਾ ਤੇ, ਆਧਾਰਾ ਨਹੀਂ ਕਹਿਣਾ, ਆਧਾਰਾ। ਠੀਕ ਹੈ। ਹਾਂ, ਕਿਉਂਕਿ ਤੁਸੀਂ 2-3 ਕੰਨੇ ਲਗਾ ਦਿਓਗੇ ਤੇ ਉਹ ਸ਼ਬਦ ਦਾ ਉਚਾਰਨ ਠੀਕ ਨਹੀਂ ਬਣਨਾ। ਆਧਾਰਾ ਨਹੀਂਗਾ, ਆਧਾਰਾ। ਆਧਾਰਾ। ਹਾਂ, ਬਾਕੀ ਬਹੁਤ ਖੂਬ, ਬਹੁਤ ਵਧੀਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੇ ਆਨੰਦ ਮਾਣਿਆ ਭਗਤ ਨਾਮਦੇਵ ਜੀ ਦੀ ਬਾਣੀ ਦਾ। ਤੇ ਹੁਣ ਇੱਥੇ ਆ ਰਹੀ ਇੱਕ ਹੋਰ ਬੜੀ ਹੀ ਟੈਲੈਂਟਡ ਕੰਟੈਸਟੈਂਟ, ਮੈਂ ਬੁਲਾਉਣਾ ਚਾਹਾਂਗੀ ਪੁਨੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਥੇ। ਥੈਂਕ ਯੂ। ਤੀਸਰੀ ਵਾਰ ਸੈਮੀਫਾਈਨਲਸ ਦੇ ਵਿੱਚ ਪਰਫਾਰਮ ਕਰਦੇ ਪਏ ਹੋ, ਚੰਗਾ ਪਰਫਾਰਮ ਕਰ ਰਹੇ ਹੋ ਤੁਸੀਂ, ਤਾਂ ਹੀ ਕਰਕੇ ਅੱਗੇ ਵਧੀ ਜਾ ਰਹੇ ਹੋ। ਤੇ ਅੱਜ ਕੀ ਸੁਣਾਓਗੇ ਤੁਸੀਂ? ਅੱਜ ਮੈਂ ਸ਼ਬਦ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵੀ ਹੋਣ ਸੁਖੀ ਕਿਉਂ ਸੋਵੇ ਤਿਆਰ ਕਰਕੇ ਆਈ ਹਾਂ। ਕਿਹਨਾਂ ਦਾ ਹੈ ਸ਼ਬਦ? ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ। ਪੰਜਵੀਂ ਪਾਤਸ਼ਾਹੀ ਜੀ। ਹਾਂਜੀ। ਆਲ ਦ ਬੈਸਟ ਟੂ ਯੂ। ਥੈਂਕ ਯੂ। लाज मरे जो नाम न लेवे, नाम बेहोन सुखी क्यों सोवे। लाज मरे जो नाम न लेवे, नाम बेहोन सुखी क्यों सोवे। नाम बेहोन सुखी क्यों सोवे। लाज मरे जो नाम न लेवे, नाम बेहोन सुखी क्यों सोवे। नाम बेहोन सुखी क्यों
ਪੁਨੀਤ ਕੌਰ ਜੀ, ਬਹੁਤ ਪਿਆਰੀ ਬੰਦਸ਼। ਜਿਵੇਂ ਬਰਸਾਤ ਦੀ ਭੂਰ ਪੈਂਦੀ ਹੈ ਨਾ, ਨਿੱਕੀਆਂ ਨਿੱਕੀਆਂ ਕਣੀਆਂ ਪੈਂਦੀਆਂ ਨੇ। ਸਿਆਣੇ ਲੋਕ ਕਹਿੰਦੇ ਨੇ ਉਹ ਨਿੱਕੀਆਂ ਨਿੱਕੀਆਂ ਕਣੀਆਂ ਨਾ ਧਰਤੀ ਦੇ ਅੰਦਰ ਧੱਸ ਜਾਂਦੀਆਂ ਨੇ। ਬੜੀ ਪਿਆਰੀ ਰੀਤ ਬੰਦਸ਼ ਤੁਸੀਂ ਪੜ੍ਹੀ, ਹਿਰਦੇ ਅੰਦਰ ਧੱਸਦੀ ਸੀ। ਸਵਾਲ ਹੈ ਤੁਹਾਡੇ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 31 ਸ਼ੁੱਧ ਰਾਗ ਨੇ, 31 ਮਿਸ਼ਰਤ ਰਾਗ, ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ? ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਠੀਕ ਹੈ। ਭਾਈ ਨਿਰਮਲ ਸਿੰਘ ਜੀ? बड़ी शांत चित्त ट्यून सी और काफ़ी आनंदमई कंपोजिशन तुसी बनाई सी। बड़े सहज भाव नाल तुसी गाविया। अज पहला नालों कुछ ज़्यादा होर भी बेहतर सी, लेकिन असी आस करते हैं कि इहदे नालों भी बेहतर हो जाए, ताकि जिहड़ा अगला कंपीटिशन है तुसी सहज नाल उहदे विच हिस्सा लै सको। ਭਾਈ ਭਗਵਾਨ ਸਿੰਘ ਜੀ? ਬਹੁਤ ਪਿਆਰਾ ਕੀਰਤਨ ਕੀਤਾ ਤੁਸਾਂ ਨੇ, ਇਸ ਸ਼ਬਦ ਦਾ ਗਾਇਨ ਕੀਤਾ। ਇੱਕ ਖਿਆਲ ਰੱਖਣਾ ਹੈ ਆਉਣ ਵਾਲੇ ਸਮੇਂ ਵਿੱਚ, ਜਦੋਂ ਦਲਾਵਾਂ ਬੋਲਣਾ ਨਾ, ਦਲਾਵੇਂ ਦਾ ਉਚਾਰਨ ਕਰਨਾ, ਤੁਸਾਂ ਨੇ ਚਾਹੇ ਆ ਹੈ, ਆਹੇ ਤੇ ਚਾਹੇ ਨਹੀਂ ਹੈ, ਉਚਾਰਨ ਵੇਲੇ ਥੋੜਾ ਖਿਆਲ ਰੱਖਣਾ। ਬਹੁਤ ਖੂਬ ਸੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤੁਸੀਂ ਆਨੰਦ ਮਾਣਿਆ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਾ, ਜਿਸ ਦਾ ਗਾਇਨ ਕਰਕੇ ਗਈ ਸਾਡੀ ਅੱਜ ਦੀ ਕੰਟੈਸਟੈਂਟ ਪੁਨੀਤ ਕੌਰ। ਪੁਨੀਤ ਕੌਰ ਤੋਂ ਬਾਅਦ ਇਸ ਮੁਕਾਬਲੇ ਦੇ ਵਿੱਚ ਹਲੇ 2 ਕੰਟੈਸਟੈਂਟਸ ਨੇ ਇੱਥੇ ਆ ਕੇ ਪਰਫਾਰਮ ਕਰਨਾ ਹੈ, ਲੇਕਿਨ ਇਹਨਾਂ ਦੇ ਗਾਏ ਹੋਏ ਸ਼ਬਦਾਂ ਦਾ ਤੁਸੀਂ ਆਨੰਦ ਮਾਣੋ। ਇਸ ਤੋਂ ਪਹਿਲਾਂ ਅਸੀਂ ਲਵਾਂਗੇ ਅਨੇਕਾ ਜਿਹਾ ਬ੍ਰੇਕ। ब्रेक तो बाद मैं निमी सिंह एक बार फिर हाजिर हाँ आप सब जी दे सामने हाजिर होया ਤੁਹਾਡੇ ਸਾਹਮਣੇ ਲੈ ਕੇ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਸੈਮੀਫਾਈਨਲ ਐਪੀਸੋਡ। ਅੱਜ ਮੁਕਾਬਲਾ ਹੋ ਰਿਹਾ ਸਾਡੀ 7 ਸੈਮੀਫਾਈਨਲਿਸਟ ਵਿਚਕਾਰ। ਇੱਕ ਤੋਂ ਬਾਅਦ ਇੱਕ ਹੈ ਕੰਟੈਸਟੈਂਟ ਇੱਥੇ ਆ ਕੇ ਬਿਹਤਰੀਨ ਤਰੀਕੇ ਨਾਲ ਪਰਫਾਰਮ ਕਰਦੇ ਜਾ ਰਹੇ ਨੇ। ਜਿੰਨਾ ਬਿਹਤਰੀਨ ਉਹ ਇੱਥੇ ਆ ਕੇ ਗਾਉਂਦੇ ਪਏ ਨੇ, ਉਨਾ ਆਨੰਦ ਸਾਡੇ ਸਾਰਿਆਂ ਨੂੰ ਇੱਥੇ ਆਉਂਦਾ ਪਿਆ। ਇਸ ਤੋਂ ਪਹਿਲਾਂ ਕਿ ਇਸ ਐਪੀਸੋਡ ਨੂੰ ਅਸੀਂ ਅੱਗੇ ਤੋਰੀਏ, ਮੈਂ ਪੁੱਛਣਾ ਚਾਹਾਂਗੀ ਆਪਣੇ ਜੱਜ ਸਾਹਿਬਾਨਾਂ ਕੋਲੋਂ ਕਿ ਹਾਲੇ ਤੱਕ ਦੀ ਜੋ ਪਰਫਾਰਮੈਂਸਿਸ ਰਹੀਆਂ ਨੇ, ਸਾਰੀਆਂ ਭੈਣਾਂ ਨੇ ਇੱਥੇ ਆ ਕੇ ਇੱਕ ਤੋਂ ਬਾਅਦ ਇੱਕ ਪਰਫਾਰਮ ਕੀਤਾ ਹੈ, ਉਸ ਦੇ ਬਾਰੇ ਆਪ ਜੀ ਦੇ ਕੀ ਵਿਚਾਰ ਨੇ? ਮੁਕਾਬਲਾ ਬਰਾਬਰ ਦਾ ਹੈ, ਸਾਰੇ ਬਹੁਤ ਨੇੜੇ ਨੇੜੇ ਖਲੋਤੇ ਨੇ, ਇੱਕ ਤੋਂ ਇੱਕ ਅੱਛਾ ਗਾਉਂਦਾ ਹੈ ਜੀ। ਪਰ ਇਹਨਾਂ ਦੀ ਮੈਂ ਹੌਸਲਾ ਵਧਾਈ ਲਈ ਇਹਨਾਂ ਨੂੰ ਦੱਸ ਦੇਵਾਂ, ਅਸੀਂ ਇਹਨਾਂ ਨੂੰ 51,000 ਰੁਪਈਆ ਦਾਸ ਆਪਣੇ ਵੱਲੋਂ ਦੇਵੇਗਾ, ਤੇ ਜੋ ਹੋਰ ਵੀ ਉਪਰਾਲਾ ਕੀਤਾ ਹੈ ਇਹਨਾਂ ਨੂੰ ਅਮਰੀਕਾ ਦੇ ਵੀਜ਼ੇ ਲਵਾ ਕੇ ਦਿੱਤੇ ਜਾਣਗੇ। ਉੱਥੇ ਦੀਆਂ ਸੰਗਤਾਂ ਵਿੱਚ ਇਹਨਾਂ ਕੋਲੋਂ ਕੀਰਤਨ ਕਰਵਾਇਆ ਜਾਏਗਾ। ਪਰ ਪਤਾ ਨਹੀਂ ਇਹਨਾਂ ਵਿੱਚੋਂ ਕਿਹੜਾ ਭਾਗਾਂ ਵਾਲਾ ਹੋਏਗਾ ਜਿਹੜਾ ਅਮਰੀਕਾ ਦੀਆਂ ਸੰਗਤਾਂ ਨੂੰ ਕੀਰਤਨ ਸੁਣਾਏਗਾ ਤੇ 51,000 ਰੁਪਈਆ ਜਿਹੜੇ ਕੀਰਤਨੀਆਂ ਦੇ ਚਰਨਾਂ ਤੇ ਦਾਸ ਵੀ ਰੱਖੇਗਾ। ਬਹੁਤ ਖੂਬ ਜੀ, ਧੰਨਵਾਦ। ਤੇ ਆਓ ਫਿਰ ਇਸ ਕੰਪੀਟੀਸ਼ਨ ਨੂੰ ਅੱਗੇ ਤੋਰਦੇ ਹਾਂ। ਸਾਡੀਆਂ 2 ਭੈਣਾਂ, 2 ਕੰਟੈਸਟੈਂਟਸ ਬਿਲਕੁਲ ਤਿਆਰ ਨੇ, ਬੜੀ ਬੇਸਬਰੀ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਪਈਆਂ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਮੈਂ ਇੱਥੇ ਬੁਲਾਉਣਾ ਚਾਹਾਂਗੀ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਪਰਮਪ੍ਰੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਧੰਨਵਾਦ। ਸੈਮੀਫਾਈਨਲਸ ਵਿੱਚ ਬਹੁਤ ਚੰਗਾ ਪਰਫਾਰਮ ਕਰਦੇ ਆ ਰਹੇ ਹੋ ਤੁਸੀਂ, ਸਲੋਲੀ ਕਾਫੀ ਇੰਪਰੂਵ ਕਰ ਰਹੇ ਹੋ। ਕੀ ਕਰਦੇ ਪਏ ਹੋ ਤੁਸੀਂ ਖਾਸ? ਜੋ ਜਜਸ ਦੱਸਦੇ ਨੇ ਬਸ ਉਹਦੇ 'ਤੇ ਥੋੜ੍ਹਾ ਜਿਹਾ ਵਰਕ ਕਰਦੇ ਹਾਂ ਬਸ। ਤੇ ਅੱਜ ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਮੈਂ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸੰਤਾਕੇ ਕਾਰਜ ਆਪ ਖਲੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ। ਬਹੁਤ ਵਧੀਆ, ਆਲ ਦ ਬੈਸਟ ਟੂ ਯੂ। ਥੈਂਕ ਯੂ। संता के कारज आप खलोया, हर काम करावण आया राम, आया राम, आया राम। संता के कारज आप खलोया, हर काम करावण आया राम, आया राम, आया राम। संता के कारज आप खलोया, हर काम
ਪਰਮਪ੍ਰੀਤ ਕੌਰ ਜੀ, ਤੁਸੀਂ ਬਹੁਤ ਰਸ ਬੰਨਿਆ, ਬਹੁਤ ਪਿਆਰੀਆਂ ਸੁਰਾਂ ਵੀ ਲਾਈਆਂ। ਇਸ ਸ਼ਬਦ ਨੂੰ ਅਸੀਂ ਇਤਿਹਾਸਕ ਹੁਕਮਨਾਮੇ ਵਜੋਂ ਵੀ ਗੱਲ ਕਰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ, ਬਾਬਾ ਬੁੱਢਾ ਜੀ ਨੇ ਇਹ ਹੁਕਮਨਾਮਾ ਲਿਆ ਜਦੋਂ ਪਹਿਲਾ ਪ੍ਰਕਾਸ਼ ਹੋਇਆ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪੀ, ਕਿਹੜੇ ਸਥਾਨ ਤੇ ਸੌਂਪੀ? ਉਹਨਾਂ ਨੇ ਗੁਰਤਾ ਗੱਦੀ ਸ਼੍ਰੀ ਹਜ਼ੂਰ ਸਾਹਿਬ ਵਿੱਚ ਕੀਤੀ ਸੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੌਂਪੀ। ਤੇ ਉਦੋਂ ਕਿਹੜਾ ਹੁਕਮਨਾਮਾ ਆਇਆ ਸੀ? ਉਦੋਂ ਹੁਕਮਨਾਮਾ ਆਇਆ ਸੀ, ਖੁੱਲਿਆ ਕਰਮ ਕਿਰਪਾ ਬੈਠਾ ਕਰ, ਕੀਰਤਨ ਹਰ ਹਰ ਗਾਈ। ਇਹ ਹੁਕਮਨਾਮਾ ਉਦੋਂ ਆਇਆ ਸੀ। ਤੁਹਾਡਾ ਧੰਨਵਾਦ ਭਾਈ ਨਿਰਮਲ ਸਿੰਘ ਜੀ। ਪਰਮਪ੍ਰੀਤ ਕੌਰ ਜੀ, ਤੁਸੀਂ ਅੱਜ ਬੜਾ ਰੰਗ ਬੰਨਿਆ, ਬੜਾ ਬੇਬਾਕ ਹੋ ਕੇ, ਨਿਰਭੈ ਹੋ ਕੇ ਸ਼ਬਦ ਦਾ ਗਾਇਨ ਕੀਤਾ ਹੈ। ਔਰ ਸ਼ਬਦ ਦੇ ਵਿਚਲੇ ਸਵਰ ਦੇ ਜੋ ਭਾਵਰਥ ਸਨ, ਦਿਲ ਨੂੰ ਛੂਹਣ ਵਾਲੇ ਸਨ ਔਰ ਜਗਿਆਸੂ ਨੂੰ ਉਸ ਮਾਲਕ ਨਾਲ ਜੋੜਨ ਵਾਲੇ ਸਨ। ਤੁਸੀਂ ਕਾਫੀ ਮਿਹਨਤ ਕਰ ਰਹੇ ਹੋ ਔਰ ਅੱਗੇ ਵਧ ਰਹੇ ਹੋ, ਵਧਾਈ ਹੋਵੇ। ਜੋਹਲ ਸਾਹਿਬ ਜੀ, ਬੜਾ ਸਹਿਜ ਵਿੱਚ ਤੇ ਬੜੀ ਦ੍ਰਿੜਤਾ ਦੇ ਨਾਲ ਸ਼ਬਦ ਦਾ ਗਾਇਨ ਕੀਤਾ ਹੈ। ਸਤਿਗੁਰੂ ਤੁਹਾਡਾ ਵਿਸ਼ਵਾਸ ਬਣਾਈ ਰੱਖਣ। ਤੁਸੀਂ ਭਾਵੇਂ ਪੰਜਾਬ ਤੋਂ ਬਾਹਰ ਰਹਿੰਦੇ ਹੋ, ਦਿੱਲੀ ਵਿੱਚ ਰਹਿੰਦੇ ਹੋ, ਪਰ ਤੁਹਾਡਾ ਉਚਾਰਨ ਬਿਲਕੁਲ ਗੁਰਬਾਣੀ ਦਾ ਸ਼ੁੱਧ ਸੀ। ਤੁਹਾਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ। ਬਹੁਤ ਖੂਬ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਪ੍ਰੀਤ ਕੌਰ ਜੀ ਦੀ ਇਸ ਪਰਫਾਰਮੈਂਸ ਤੋਂ ਬਾਅਦ ਹੁਣ ਇਹ ਮੁਕਾਬਲਾ ਵੱਧਦਾ ਹੈ ਇਸ ਮੁਕਾਬਲੇ ਦੇ ਅੰਜਾਮ ਦੀ ਤਰਫ। ਜੀ ਹਾਂ, ਸੈਮੀਫਾਈਨਲਸ ਦਾ ਅੱਜ ਦਾ ਐਪੀਸੋਡ ਉੱਥੇ ਆ ਪਹੁੰਚਿਆ ਜਿੱਥੇ ਆ ਕੇ ਸਾਡੀ ਅੱਜ ਦੀ ਆਖਰੀ ਕੰਟੈਸਟੈਂਟ ਪਰਫਾਰਮ ਕਰਨਗੀ ਤੇ ਮੈਂ ਬੁਲਾਉਣਾ ਚਾਹਾਂਗੀ ਸਾਡੀ ਆਖਰੀ ਕੰਟੈਸਟੈਂਟ ਰਸ਼ਮੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਸ਼ਮੀਤ ਕੌਰ ਜੀ, ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ। ਸੈਮੀਫਾਈਨਲਸ ਦੇ ਵਿੱਚ ਅੱਜ ਦੇ ਇਸ ਐਪੀਸੋਡ ਨੂੰ ਤੁਸੀਂ ਅੰਜਾਮ ਦੇ ਰਹੇ ਹੋ। ਹਾਂਜੀ, ਆਖਰੀ ਪਰਫਾਰਮੈਂਸ ਹੈ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਤੁਸੀਂ ਚੰਗੀ ਤਰ੍ਹਾਂ ਪਰਫਾਰਮ ਕਰੋ। ਹਾਂਜੀ। ਠੀਕ ਹੈ ਜੀ। ਕਿਹੜਾ ਸ਼ਬਦ ਗਾਇਨ ਕਰੋਗੇ? ਮੈਂ ਭਗਤ ਕਬੀਰ ਜੀ ਦਾ ਸ਼ਬਦ ਕੰਚਨ ਸਿਉ ਪਾਈਐ ਨਹੀਂ ਤੋਲ ਗਾਇਨ ਕਰਨ ਜਾ ਰਹੀ ਹਾਂ। ਜੀ ਬਿਲਕੁਲ, ਆਲ ਦ ਬੈਸਟ ਟੂ ਯੂ। कंचन स्यो पाए नहीं तोल, कंचन स्यो पाए नहीं तोल, कंचन स्यो पाए नहीं तोल, मन के राम लिया है मोल, मन दे कंचन स्यो पाए नहीं तोल,
कंचन स्यो पाइए कंचन स्यो पाइए कंचन स्यो पाइए नहीं तोल। ਰਸ਼ਮੀਤ ਕੌਰ ਜੀ ਬਹੁਤ ਪਿਆਰ ਨਾਲ ਸਤਿਗੁਰਾਂ ਦਾ ਸ਼ਬਦ ਤੁਸਾਂ ਗਾਵਿਆ, ਤੁਹਾਡਾ ਧੰਨਵਾਦ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਤੇ ਕਿੱਥੇ ਕੀਤੀ? ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ 13 ਅਪ੍ਰੈਲ ਸਨ 1699 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ। ਇੱਥੇ ਉਹਨਾਂ ਨੇ 5 ਪਿਆਰੇ ਸਾਜੇ, ਉਹਨਾਂ ਨੂੰ ਅੰਮ੍ਰਿਤ ਖੰਡੇ ਵਾਟੇ ਦੀ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਤੇ ਖੁਦ ਵੀ ਸਾਜਿਆ। ਇਸ ਲਈ ਇਹ ਵੀ ਕਹਿੰਦੇ ਨੇ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉੱਥੇ ਆਪਣਾ ਇੱਕ ਤਖਤ ਵੀ ਹੈ, ਉਸ ਤਖਤ ਦਾ ਨਾਮ ਤੁਸੀਂ ਦੱਸ ਸਕਦੇ ਹੋ? ਤਖਤ ਸ੍ਰੀ ਕੇਸਗੜ੍ਹ ਕੇਸਗੜ੍ਹ ਸਾਹਿਬ। ਹਾਂਜੀ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? ਬੇਟੀ ਰਸ਼ਮੀਤ ਕੌਰ ਨੇ ਉਂਝ ਜੋ ਸ਼ਬਦ ਗਾਇਨ ਕੀਤਾ ਹੈ ਰਾਗ ਦੇ ਆਧਾਰ ਤੇ ਸੀ। ਬੇਸ਼ੱਕ ਕਿ ਗੁਰੂ ਗ੍ਰੰਥ ਸਾਹਿਬ ਚ ਰਾਗ ਗੌੜੀ ਵਿੱਚ ਹੈ, ਪਰ ਤੁਸੀਂ ਮਾਲਕੌਂਸ 'ਚ ਇਸ ਰੀਤ ਨੂੰ ਗਾਵਿਆ ਹੈ। ਰੀਤ ਵਿੱਚ ਰਾਗ ਸਾਰੇ ਚੱਲ ਜਾਂਦੇ ਨੇ, ਹੈ ਵੀ ਪ੍ਰਭਾਵਸ਼ਾਲੀ ਸੀ। ਅੱਗੇ ਨੂੰ ਤੁਸੀਂ ਅਪਰੂਵ ਕਰ ਰਹੇ ਹੋ, ਹਾਂਜੀ। ਪਰ ਫਿਰ ਵੀ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਪਿੱਛੇ ਹੋ। ਤੇ ਇਸ ਦੌੜ ਵਿੱਚ ਅੱਗੇ ਆਉਣ ਲਈ ਹੋਰ ਜ਼ਿਆਦਾ ਮਿਹਨਤ ਦੀ ਲੋੜ ਹੈ। ਸ਼ਾਬਾਸ਼। ਜੌਲ ਸਾਹਿਬ ਜੀ, ਅਸਲ ਵਿੱਚ ਕੀਰਤਨ ਆਤਮਾ ਦੀ ਖੁਰਾਕ ਹੈ। ਤੁਸੀਂ ਬੜੇ ਆਤਮ ਵਿਸ਼ਵਾਸ ਨਾਲ ਗਾਇਨ ਕਰ ਰਹੇ ਸੀ, ਪਰ ਇਸ ਦੌੜ ਵਿੱਚ ਚੱਲਣ ਦੀ ਖਾਤਰ ਤੁਹਾਨੂੰ ਅਜੇ ਹੋਰ ਸੁਧਾਰ ਦੀ ਲੋੜ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਪਾਈਐ ਨਹੀਂ, ਐੜੇ ਨੂੰ ਦਲਾਵਾਂ ਦਾ ਉਚਾਰਨ ਕਰਨਾ, ਈੜੀ ਨੂੰ ਲਾਂ ਦਾ ਉਚਾਰਨ ਨਹੀਂ ਕਰਨਾ। ਖਿਆਲ ਰੱਖਣਾ ਹੈ ਆਉਣ ਵਾਲੇ ਸਮੇਂ 'ਚ ਬਾਕੀ ਸ਼ਬਦ ਦਾ ਉਚਾਰਨ ਜਦੋਂ ਪੂਰਾ ਹੋਏਗਾ, ਕਿਉਂਕਿ ਅੰਤਰਾ ਗਾਇਨ ਕੀਤਾ ਹੈ, ਤੇ ਫਿਰ ਬਹੁਤ ਖਿਆਲ ਰੱਖਣਾ ਪਏਗਾ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਰਸ਼ਮੀਤ ਕੌਰ ਜੀ ਦੀ ਇਸ ਆਖਰੀ ਪਰਫਾਰਮੈਂਸ ਦੇ ਨਾਲ ਹੀ ਪੂਰਾ ਹੁੰਦਾ ਹੈ ਅੱਜ ਦਾ ਇਹ ਮੁਕਾਬਲਾ। ਤੁਸੀਂ ਆਨੰਦ ਮਾਣਿਆ ਕਿੰਨੇ ਮਿੱਠੇ ਸ਼ਬਦਾਂ ਦਾ। ਇਹ ਬਿਹਤਰੀਨ ਨੌਜਵਾਨ ਕੀਰਤਨੀਏ ਇੱਕ ਤੋਂ ਬਾਅਦ ਇੱਕ ਇੱਥੇ ਆ ਕੇ ਪਰਫਾਰਮ ਕਰਦੇ ਪਏ ਨੇ। ਇਹਨਾਂ ਨੂੰ ਇਹੀ ਆਸ ਹੈ ਕਿ ਇਹ ਅੱਗੇ ਵੱਧਦੇ ਜਾਣਗੇ। ਅਸੀਂ ਵੀ ਇਹੀ ਚਾਹੁੰਦੇ ਹਾਂ, ਇਹੀ ਅਰਦਾਸ ਕਰਦੇ ਹਾਂ ਕਿ ਇਹ ਸਾਰੇ ਕੰਟੈਸਟੈਂਟਸ ਅੱਛੇ ਤਰੀਕੇ ਨਾਲ ਇੱਥੇ ਸ਼ਬਦ ਗਾਇਨ ਕਰਨ, ਜਿਨ੍ਹਾਂ ਦੇ ਗਾਇਕੀ ਦਾ ਫੈਸਲਾ ਸਾਡੇ ਮਾਨਯੋਗ ਜੱਜਸ ਕਰਦੇ ਪਏ ਨੇ। ਤੇ ਇਸ ਤੋਂ ਪਹਿਲਾਂ ਕਿ ਅੱਜ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਮੰਗੀਏ, ਮੈਂ ਜਾਣਨਾ ਚਾਹਾਂਗੀ ਸਾਡੇ ਮਾਨਯੋਗ ਜੱਜਸ ਕੋਲੋਂ, ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ, ਸਭ ਤੋਂ ਪਹਿਲਾਂ ਕਿ ਅੱਜ ਦੀ ਇਹ ਪਰਫਾਰਮੈਂਸ ਵੇਖ ਕੇ ਤੁਹਾਡੇ ਕੀ ਵਿਚਾਰ ਨੇ? ਬੱਚਿਆਂ ਵਿੱਚ ਕਿੰਨੀ ਕੁ ਇੰਪਰੂਵਮੈਂਟ ਆਉਂਦੀ ਪਈ ਹੈ? ਅੱਜ ਦੀ ਪਰਫਾਰਮੈਂਸ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਤੇ ਉਮਦਾ ਸੀ। ਔਰ ਮੈਂ ਤੱਕ ਰਿਹਾ ਕਿ ਜਿਵੇਂ ਕੋਈ ਟਰੈਕ ਵਿੱਚ ਦੌੜ ਲੱਗੀ ਹੁੰਦੀ ਹੈ ਤੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਕਿ ਮੈਂ ਅੱਗੇ ਲੰਘ ਜਾਵਾਂ ਜੀ। ਤੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਜੀ ਬਿਲਕੁਲ। ਉਹ ਜਿਵੇਂ ਜਿਵੇਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਠੀਕ ਨਹੀਂ ਤੇ ਕੀ ਠੀਕ ਹੈ, ਉਹ ਉਸ 'ਤੇ ਬੜਾ ਧਿਆਨ ਦੇ ਰਹੇ ਨੇ ਤੇ ਮਿਹਨਤ ਕਰ ਰਹੇ ਨੇ। ਉਹ ਕਈ ਵਾਰ ਸਾਨੂੰ ਲੱਗ ਰਿਹਾ ਹੁੰਦਾ ਕਿ ਇਹ ਬੱਚਾ ਜਾਂ ਬੱਚੀ ਅੱਗੇ ਆਉਣਗੇ, ਅਗਲੀ ਵਾਰ ਲੱਗ ਰਿਹਾ ਕਿ ਨਹੀਂ ਇਹ ਨਹੀਂ ਹੋਰ ਆਏਗਾ। ਇਸ ਦਾ ਮਤਲਬ ਹੈ ਕਿ ਤਸੱਲੀ ਵਾਲੀ ਗੱਲ ਹੈ ਕਿ ਉਹਨਾਂ ਦੀ ਮਿਹਨਤ ਰੰਗ ਲਿਆ ਰਹੀ ਹੈ। ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਹੌਸਲਾ ਅਫਜ਼ਾਈ ਵੀ ਉਹਨਾਂ ਦੀ ਹੋ ਰਹੀ ਹੈ। ਜਿਵੇਂ ਕਿ ਸੋਢੀ ਸਾਹਿਬ ਦੱਸ ਰਹੇ ਸਨ ਕਿ ਅਮਰੀਕਾ ਤੋਂ ਇੱਕ ਸਰਦਾਰ ਜੀ ਜੋ ਬੜੇ ਵੱਡੇ ਫਾਰਮਰ ਨੇ, ਉਹ ਆਏ ਸਨ। ਉਹਨਾਂ ਨੇ ਆਫਰ ਕੀਤੀ ਕਿ ਜਿਹੜੇ ਬੱਚੇ ਪਹਿਲੇ ਨੰਬਰਾਂ ਤੇ ਆਉਣਗੇ ਉਹਨਾਂ ਦੀ ਹੌਸਲਾ ਅਫਜ਼ਾਈ ਵੱਲੋਂ ਉਹਨਾਂ ਨੂੰ ਅਮਰੀਕਾ ਲਿਜਾਇਆ ਜਾਏਗਾ। ਬੇਸ਼ੱਕ ਅਮਰੀਕਾ ਕੋਈ ਵੀ ਜਾ ਸਕਦਾ ਹੈ, ਲੇਕਿਨ ਇਸ ਤਰੀਕੇ ਨਾਲ ਕਿਸੇ ਨੂੰ ਲਿਜਾਣਾ ਜ਼ਿਆਦਾ ਵਧੀਆ ਹੈ। ਔਰ ਇਸ ਤੋਂ ਵੀ ਵੱਧ ਇਹਨਾਂ ਨੇ ਗੱਲ ਕੀਤੀ ਆਪਣੇ ਕੋਲੋਂ ਇਨਾਮ ਦੇਣ ਦੀ। ਇਨਾਮ ਦਾ ਤਾਂ ਪੈਸਾ ਹੀ ਬੜਾ ਹੁੰਦਾ ਹੈ ਜੀ। ਇਹ 51,000 ਦੇ ਰਹੇ ਨੇ, ਤੇ ਮੈਂ ਸਮਝਦਾ ਕਿ ਇਹਨਾਂ ਨੂੰ ਵੱਲ ਵੇਖ ਕੇ ਹੋਰਨਾਂ ਨੂੰ ਕਈਆਂ ਨੂੰ ਇਹ ਆਦਤ ਪਵੇਗੀ। ਜੀ ਬਿਲਕੁਲ। ਮੈਂ ਪੁੱਛਣਾ ਚਾਹਾਂਗੀ ਸਰਦਾਰ ਭਗਵਾਨ ਸਿੰਘ ਜੋਹਰ ਜੀ ਕੋਲੋਂ ਕਿ ਅੱਜ ਤੁਹਾਡਾ ਪਹਿਲਾ ਦਿਨ ਹੈ ਇੱਥੇ, ਤੁਸੀਂ ਹੌਸਲਾ ਅਫਜ਼ਾਈ ਕਰਨ ਆਏ ਹੋ, ਸਾਡੇ ਮਾਨਯੋਗ ਜੱਜਸ ਦਾ ਸਾਥ ਦੇਣ ਆਏ ਹੋ। ਤੁਹਾਡੇ ਕੀ ਵਿਚਾਰ ਨੇ ਇਸ ਪ੍ਰੋਗਰਾਮ ਬਾਰੇ, ਬੱਚਿਆਂ ਦੀ ਜੋ ਪਰਫਾਰਮੈਂਸਿਸ ਰਹੀ ਹੈ? ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਕੀ ਸਕਾਈ ਕਰਨੀ। ਸਮਾਂ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਜੀ। ਔਰ ਇਸ ਸਮੇਂ ਦੇ ਬਦਲਣ ਦੇ ਨਾਲ ਨਾਲ ਸਾਡੇ ਬੱਚੇ ਵੀ ਨਾਲੋਂ ਨਾਲ ਵਧ ਰਹੇ ਨੇ ਜੀ। ਔਰ ਬਹੁਤ ਚੋਣਵੇਂ ਬੱਚੇ ਰਹਿ ਜਾਣਗੇ। ਬੜੀ ਪਿਆਰੀ ਗੱਲ ਹੈ, USA ਦੁਨੀਆ ਜਾਂਦੀ ਰਹੇਗੀ, ਪਰ ਉਹ ਬੱਚੇ ਜਾਣਗੇ ਜਿਨ੍ਹਾਂ ਦੀ ਝੋਲੀ ਵਿੱਚ ਕੀਰਤਨ ਦੀ ਦਾਤ ਹੋਏਗੀ। ਬਿਲਕੁਲ ਜੀ। ਔਰ ਸਤਿਗੁਰੂ ਦੀ ਐਡੀ ਬਖਸ਼ਿਸ਼ ਹੈ ਕਿ ਉੱਥੋਂ ਦੀਆਂ ਸੰਗਤਾਂ ਉਹਨਾਂ ਨੂੰ ਆਪਣੀਆਂ ਅੱਖਾਂ 'ਤੇ ਬਿਠਾਉਣਗੀਆਂ। ਜੀ। ਇਹ ਬਹੁਤ ਵਧੀਆ ਗੱਲ ਹੈ। ਖਾਸ ਕਰਕੇ
ਇਸ ਚੈਨਲ ਦਾ ਜਿਹੜਾ ਉਦਮ ਹੈ, ਇਸ ਪੰਜਾਬੀ ਚੈਨਲ ਨੇ ਇਹਨਾਂ ਬੱਚਿਆਂ ਨੂੰ ਜਿਹੜਾ ਉਤਸ਼ਾਹਿਤ ਕੀਤਾ ਹੈ, ਇਹ ਜਿੱਥੇ ਬੱਚੇ ਵਧਾਈ ਦੇ ਪਾਤਰ ਨੇ, ਉੱਥੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕਿਹੜੇ ਬੱਚੇ ਆਪਣੀ ਮੰਜ਼ਿਲ ਤੇ ਪਹੁੰਚਣਗੇ। ਬਹੁਤ ਬਹੁਤ ਧੰਨਵਾਦ। ਤੇ ਮੈਂ ਸਰਦਾਰ ਭਗਵਾਨ ਸਿੰਘ ਜੋਹਰ ਜੀ ਬਾਰੇ ਦੱਸ ਦਿਆਂ, ਤੁਸੀਂ ਸਾਰੇ ਜਾਣਦੇ ਵੀ ਹੋ, ਲੇਕਿਨ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦੱਸ ਦਿਆਂ, ਜਿੰਨੇ ਵੀ ਕੀਰਤਨ ਦਰਬਾਰ ਤੁਸੀਂ ਲਾਈਵ ਕੀਰਤਨ ਦਰਬਾਰ ਵੇਖਦੇ ਆਏ ਹੋ, ਭਾਵੇਂ ਕਿਸੇ ਵੀ ਚੈਨਲ ਤੇ, MH1 ਚੈਨਲ ਤੇ ਹੀ ਤੁਸੀਂ ਇਹਨਾਂ ਦੇ ਕਾਫੀ ਕੀਰਤਨ ਦਰਬਾਰ ਦੇਖਦੇ ਆ ਰਹੇ ਹੋ। ਕਾਫੀ ਸਫਲ ਤਰੀਕੇ ਨਾਲ ਸਾਰੇ ਕੀਰਤਨ ਦਰਬਾਰਾਂ ਦਾ ਸੰਚਾਲਨ ਕਰਦੇ ਆ ਰਹੇ ਨੇ। ਬਹੁਤ ਵੱਡੇ ਗੁਰਮਤਿ ਦੇ ਵਿਆਖਿਆਕਾਰ ਨੇ, ਅਸੀਂ ਉਹਨਾਂ ਦਾ ਧੰਨਵਾਦ ਅਦਾ ਕਰਨੇ ਆ ਕਿ ਉਹ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਨੇ। ਸਾਡੇ ਮਾਨਯੋਗ ਜੱਜਸ ਜੋ ਆਪਣਾ ਕੀਮਤੀ ਸਮਾਂ ਕੱਢਦੇ ਆ ਰਹੇ ਨੇ ਇੱਕ ਲੰਮੇ ਅਰਸੇ ਤੋਂ ਸਾਡੇ ਨਾਲ, ਉਹਨਾਂ ਦਾ ਸਾਥ ਦੇਣ ਲਈ ਆ ਰਹੇ ਨੇ। ਇਸ ਮੰਚ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਔਰ ਬਣਾ ਦਿੱਤਾ ਹੈ ਸਾਡੇ ਲਈ। ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੇ ਨਾਲੇ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਸਾਡੇ ਸਾਰੇ ਸਾਜ਼ਿੰਦਿਆਂ ਦਾ ਤੇ ਸਾਰੇ ਕੰਟੈਸਟੈਂਟਸ ਦਾ। ਆਪ ਸਭ ਜੀ ਦਾ ਬਹੁਤ ਬਹੁਤ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਚਾਹਾਂਗੀ। ਬਹੁਤ ਪਿਆਰ ਦਿੰਦੇ ਪਏ ਹੋ ਜੀ, ਇਸ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ। ਇਸ ਵੇਲੇ ਮੈਨੂੰ ਦਿਓ ਇਜਾਜ਼ਤ, ਤੇ ਹੁਣ ਅਸੀਂ ਹਾਜ਼ਰ ਹੋਵਾਂਗੇ ਅਗਲੇ ਐਪੀਸੋਡ ਵਿੱਚ ਆਪਣੇ ਸਿੰਘ ਵੀਰਾਂ ਨਾਲ, ਕਿਉਂਕਿ ਮੁਕਾਬਲਾ ਹੋਣਾ ਬੜਾ ਸਖਤ, ਮੁਕਾਬਲਾ ਰਹੇਗਾ ਬੜਾ ਜ਼ਬਰਦਸਤ। ਅੱਜ ਦੇ ਇਸ ਐਪੀਸੋਡ ਵਿੱਚ ਮੈਨੂੰ ਦਿਓ ਇਜਾਜ਼ਤ, ਲੇਕਿਨ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਨੂੰ ਕਿ ਅੱਜ ਦੇ ਐਪੀਸੋਡ ਨੂੰ ਯਾਦਗਾਰ ਬਣਾ ਦਿਓ ਆਪਣੇ ਕਿਸੇ ਸ਼ਬਦ ਦੇ ਨਾਲ ਜ਼ਰੂਰ। ਤੇ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।